ਅੰਗਰੇਜ਼ੀ ਭਾਸ਼ਾ ਦੇ ਜਿੰਨੇ ਵੀ ਅੱਖਰ ਹਨ ਉਹਨਾਂ ਦੇ 3 ਪਹਿਲੂ ਹੁੰਦੇ ਹਨ। ਪਹਿਲਾਂ ਉਹਨਾਂ ਦਾ ਨਾਮ, ਫਿਰ ਉਹਨਾਂ ਦੀ ਆਵਾਜ਼ ਤੇ ਫਿਰ ਉਹਨਾਂ ਨੂੰ ਲਿਖਣ ਦਾ ਤਰੀਕਾ। ਪਰ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਅੱਖਰਾਂ ਦੀ ਆਵਾਜ਼ ਤੇ ਉਹਨਾਂ ਦੇ ਨਾਮ ਨੂੰ ਕਨਫਿਊਜ਼ ਕਰ ਦਿੰਦੇ ਹਾਂ। ਜਿਵੇਂ ਲੈਟਰ ਏ ਹੋ ਗਿਆ, ਲੈਟਰ ਏ ਦਾ ਨਾਮ ਕੀ ਹੈ? ਏ। ਪਰ ਜ਼ਰੂਰੀ ਨਹੀਂ ਹੈਗਾ ਜਦੋਂ ਵੀ ਲੈਟਰ ਏ ਵਰਤਿਆ ਜਾਵੇਗਾ ਤਾਂ ਏ ਦੀ ਆਵਾਜ਼ ਹੀ ਆਵੇ। ਉਸ ਦੀਆਂ 5 ਤਰ੍ਹਾਂ ਦੀਆਂ ਆਵਾਜ਼ਾਂ ਆ ਸਕਦੀਆਂ ਹਨ। ਅਜਿਹਾ ਲੈਟਰ ਸੀ ਨਾਲ ਵੀ ਹੁੰਦਾ ਹੈ। ਜਦੋਂ ਆਪਾਂ ਲੈਟਰ ਸੀ ਦਾ ਨਾਮ ਲੈਂਦੇ ਹਾਂ ਤਾਂ ਸੱਸੇ ਦੀ ਆਵਾਜ਼ ਆਉਂਦੀ ਹੈ, ਪਰ ਜਦੋਂ ਆਪਾਂ ਕਿਤੇ ਉਹਦੀ ਵਰਤੋਂ ਹੋਈ ਦੇਖਦੇ ਹਾਂ ਕਈ ਵਾਰੀ ਕੱਕੇ ਦੀ ਆਵਾਜ਼ ਵੀ ਆਉਂਦੀ ਹੈ। ਜਿਵੇਂ ਸੀ ਫॉर ਕੈਟ। ਸਭ ਤੋਂ ਪਹਿਲਾਂ ਆਪਾਂ ਸਕੂਲ ਵਿੱਚ ਕਿਹੜੀ ਚੀਜ਼ ਸਿੱਖਦੇ ਹਾਂ ਲੈਟਰ ਸੀ ਤੋਂ? ਸੀ ਫॉर ਕੈਟ। ਸੀ ਫॉर ਕੀ ਹੁੰਦਾ? Cat. ਸੀ ਫॉर ਕੀ ਹੁੰਦਾ? Cat. ਹੁਣ ਕਹਿੰਦੇ ਆਪਾਂ ਸੀ ਆ ਸੱਸੇ ਤੋਂ, ਪਰ ਆਵਾਜ਼ ਆਉਂਦੀ ਆ ਕੱਕੇ ਦੀ। ਹੁਣ ਇਸ ਚੀਜ਼ ਬਾਰੇ ਅੱਜ ਆਪਾਂ ਦੇਖਾਂਗੇ ਕਿ ਲੈਟਰ ਸੀ ਦੀਆਂ ਕਿਹੜੀਆਂ-ਕਿਹੜੀਆਂ ਆਵਾਜ਼ਾਂ ਆਉਂਦੀਆਂ ਹਨ ਤੇ ਆਪਾਂ ਉਹਨਾਂ ਨੂੰ ਕਿਵੇਂ ਪਛਾਣ ਸਕਦੇ ਹਾਂ ਤੇ ਕਿਵੇਂ ਉਹਨਾਂ ਦੀ ਵਰਤੋਂ ਕਰ ਸਕਦੇ ਹਾਂ। ਹੁਣ ਲੈਟਰ ਸੀ ਦੀਆਂ ਮੁੱਖ ਤੌਰ ਉੱਤੇ 4 ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ: ਸੱਸੇ ਦੀ ਆਵਾਜ਼, ਕੱਕੇ ਦੀ ਆਵਾਜ਼, ਚੱਚੇ ਦੀ ਆਵਾਜ਼ ਤੇ ਛੱਛੇ ਦੀ ਆਵਾਜ਼। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੱਸੇ ਦੀ ਆਵਾਜ਼ ਦੀ। ਜਦੋਂ ਵੀ ਤੁਸੀਂ ਇਹ ਤੈਅ ਕਰਨਾ ਹੋਵੇ ਕਿ ਲੈਟਰ ਸੀ ਤੋਂ ਕਿਹੜੀ ਆਵਾਜ਼ ਨਿਕਲਦੀ ਹੈ, ਤੁਸੀਂ ਕੀ ਕਰਨਾ ਹੁੰਦਾ ਹੈ? ਤੁਸੀਂ ਲੈਟਰ ਸੀ ਤੋਂ ਬਾਅਦ ਕਿਹੜਾ ਅੱਖਰ ਲਿਖਿਆ ਗਿਆ ਹੈ ਇਹਦੇ ਉੱਤੇ ਧਿਆਨ ਦੇਣਾ ਹੁੰਦਾ ਹੈ। ਜੇ ਸੀ ਤੋਂ ਬਾਅਦ ਆਈ, ਈ ਜਾਂ ਵਾਈ ਇਹਨਾਂ ਤਿੰਨਾਂ ਵਿੱਚੋਂ ਕੁਝ ਵੀ ਲਿਖਿਆ ਗਿਆ ਹੈ ਤਾਂ ਤੁਸੀਂ ਕੀ ਕਰੋਗੇ? ਸੱਸੇ ਦੀ ਆਵਾਜ਼ ਕੱਟੋਗੇ। ਹੁਣ ਮੈਂ ਜਿੰਨੇ ਵੀ ਉਦਾਹਰਨ ਦਊਂਗਾ ਸਾਰਿਆਂ ਵਿੱਚੋਂ ਜੇ ਸੀ ਤੋਂ ਬਾਅਦ ਆਈ, ਈ ਜਾਂ ਵਾਈ ਲਿਖਿਆ ਗਿਆ ਹੈ ਤਾਂ ਸੱਸੇ ਦੀ ਆਵਾਜ਼ ਨਿਕਲ ਰਹੀ ਹੋਵੇਗੀ। ਜਿਵੇਂ ਸਿਟੀ, ਸਿਟੀ ਦਾ ਮਤਲਬ ਕੀ ਹੁੰਦਾ? ਸ਼ਹਿਰ। ਫਿਰ ਐਕਸਰਸਾਈਜ਼, ਐਕਸਰਸਾਈਜ਼ ਮਤਲਬ ਕਸਰਤ ਕਰਨਾ। ਉਸ ਤੋਂ ਬਾਅਦ ਪੈਨਸਿਲ, ਪੈਨਸਿਲ ਤੁਹਾਨੂੰ ਪਤਾ ਹੀ ਹੈ। ਸੋ ਇਹਨਾਂ ਤਿੰਨਾਂ ਵਿੱਚ ਕੀ ਹੋ ਰਿਹਾ ਹੈ? ਸੱਸੇ ਦੀ ਆਵਾਜ਼ ਨਿਕਲ ਰਹੀ ਹੈ। ਹੁਣ ਸੀ ਪਲੱਸ ਈ ਲਿਖਿਆ ਹੋਵੇ ਤਾਂ ਵੀ ਸੱਸੇ ਦੀ ਆਵਾਜ਼ ਹੀ ਨਿਕਲੇਗੀ। ਜਿਵੇਂ ਸੈਂਚੁਰੀ, ਸੈਂਚੁਰੀ ਦਾ ਮਤਲਬ ਕੀ ਹੁੰਦਾ ਹੈ? 100। ਕ੍ਰਿਕਟ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਉਸ ਬੰਦੇ ਨੇ ਸੈਂਚੁਰੀ ਮਾਰੀ, ਮਤਲਬ ਉਸਨੇ 100 ਰਨ ਬਣਾਏ। ਉਸ ਤੋਂ ਬਾਅਦ ਪ੍ਰਾਈਸ, ਪ੍ਰਾਈਸ ਕੀ ਹੁੰਦਾ? ਕਿਸੇ ਚੀਜ਼ ਦੀ ਕੀਮਤ, ਉਸ ਨੂੰ ਆਪਾਂ ਪ੍ਰਾਈਸ ਕਹਿ ਦਿੰਦੇ ਹਾਂ। ਫਿਰ ਰਾਈਸ, ਰਾਈਸ ਚੌਲਾਂ ਨੂੰ ਆਪਾਂ ਰਾਈਸ ਕਹਿ ਦਿੰਦੇ ਹਾਂ। ਹੁਣ ਇਹਨਾਂ ਤਿੰਨਾਂ ਵਿੱਚ ਸੀ ਤੋਂ ਬਾਅਦ ਈ ਲਿਖਿਆ ਹੈ ਤਾਂ ਸੱਸੇ ਦੀ ਆਵਾਜ਼ ਆ ਰਹੀ ਹੈ। ਫਿਰ ਸੀ ਪਲੱਸ ਵਾਈ, ਸੀ ਪਲੱਸ ਵਾਈ ਜਦੋਂ ਲਿਖਿਆ ਹੋਵੇ ਉਦੋਂ ਵੀ ਸੱਸੇ ਦੀ ਆਵਾਜ਼ ਆਉਂਦੀ ਹੈ। ਜਿਵੇਂ ਸਾਈਕਲ, ਸਾਈਕਲ ਦਾ ਮੀਨਿੰਗ ਤੁਹਾਨੂੰ ਪਤਾ ਹੀ ਹੈ, ਪੰਜਾਬੀ ਵਿੱਚ ਵੀ ਆਪਾਂ ਸਾਈਕਲ ਹੀ ਕਹਿ ਦਿੰਦੇ ਹਾਂ। ਸੀ ਵਾਈ ਇਕੱਠਾ ਲਿਖਿਆ ਹੈ, ਸੱਸੇ ਦੀ ਆਵਾਜ਼ ਆ ਰਹੀ ਹੈ। ਪ੍ਰੈਗਨੈਂਸੀ, ਪ੍ਰੈਗਨੈਂਸੀ ਕੀ ਹੁੰਦਾ? ਜਦੋਂ ਵੀ ਕੋਈ ਔਰਤ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਸਟੇਜ ਨੂੰ, ਉਸ ਅਵਸਥਾ ਨੂੰ ਆਪਾਂ ਪ੍ਰੈਗਨੈਂਸੀ ਕਹਿ ਦਿੰਦੇ ਹਾਂ। ਇੱਥੇ ਵੀ ਸੀ ਵਾਈ ਇਕੱਠਾ ਲਿਖਿਆ ਹੈ ਤਾਂ ਸੱਸੇ ਦੀ ਆਵਾਜ਼ ਆ ਰਹੀ ਹੈ। ਸਾਈਕਲੋਨ, ਸਾਈਕਲੋਨ ਵਿੱਚ ਵੀ ਕੀ ਹੋ ਰਿਹਾ ਹੈ? ਸੱਸੇ ਦੀ ਆਵਾਜ਼ ਆ ਰਹੀ ਹੈ। ਸਾਈਕਲੋਨ ਕੀ ਹੁੰਦਾ ਹੈ? ਚੱਕਰਵਾਤ ਨੂੰ ਆਪਾਂ ਸਾਈਕਲੋਨ ਕਹਿ ਦਿੰਦੇ। ਹੁਣ ਆਪਾਂ ਗੱਲ ਕਰਦੇ ਹਾਂ ਕੱਕੇ ਦੀ ਆਵਾਜ਼ ਦੀ। ਜਦੋਂ ਵੀ ਲੈਟਰ ਸੀ ਦੇ ਬਾਅਦ ਯੂ, ਕੇ, ਓ, ਆਰ, ਏ, ਐਲ ਇਹਨਾਂ 6 ਵਿੱਚੋਂ ਕੋਈ ਵੀ ਅੱਖਰ ਲਿਖਿਆ ਹੋਵੇ ਤਾਂ ਤੁਸੀਂ ਕੀ ਕਰਨਾ ਹੁੰਦਾ ਹੈ? ਸੀ ਨੂੰ ਕੱਕਾ ਬੋਲਣਾ ਹੁੰਦਾ ਹੈ। ਹੁਣ ਤੁਸੀਂ ਘਬਰਾਉਣਾ ਨਹੀਂ ਦੇਖ ਕੇ ਇੰਨੇ ਸਾਰੇ ਰੂਲਸ, ਮੈਂ ਐਂਡ ਉੱਤੇ ਤੁਹਾਨੂੰ ਦੱਸ ਦੂੰਗਾ ਕਿ ਤੁਸੀਂ ਇਹਨਾਂ ਸਾਰਿਆਂ ਨੂੰ ਕਿਵੇਂ ਯਾਦ ਰੱਖ ਸਕਦੇ ਹੋ। ਪਹਿਲਾਂ ਆਪਾਂ ਉਦਾਹਰਨ ਲੈਂਦੇ ਹਾਂ ਸੀ ਪਲੱਸ ਯੂ ਦੇ। ਜਿਵੇਂ ਕਸਟਰਡ, ਕਸਟਰਡ ਆਪਾਂ ਕਈ ਵਾਰੀ ਗਰਮੀਆਂ 'ਚ ਬਣਾਉਣੇ ਹੁੰਦੇ ਹਾਂ, ਉਸ ਦਾ ਮਤਲਬ ਤੁਹਾਨੂੰ ਪਤਾ ਇੱਕ ਡਿਸ਼ ਆ ਜਿਹੜੀ ਖਾਧੀ ਜਾਂਦੀ ਹੈ। ਸੀ ਯੂ ਇਕੱਠਾ ਲਿਖਿਆ ਹੈ, ਕੱਕੇ ਦੀ ਆਵਾਜ਼ ਆ ਰਹੀ ਹੈ। ਕਟਰ, ਕੋਈ ਵੀ ਕੱਟਣ ਵਾਲੀ ਚੀਜ਼ ਨੂੰ ਆਪਾਂ ਕਟਰ ਕਹਿ ਦਿੰਦੇ ਹਾਂ। ਸੀ ਯੂ ਇਕੱਠਾ ਲਿਖਿਆ ਹੈ ਤਾਂ ਕੱਕੇ ਦੀ ਆਵਾਜ਼ ਆਉਂਦੀ ਹੈ। ਉਸ ਤੋਂ ਬਾਅਦ ਕਰਸਿਵ, ਸੀ ਯੂ ਇਕੱਠਾ ਲਿਖਿਆ ਹੈ, ਕੱਕੇ ਦੀ ਆਵਾਜ਼ ਆ ਰਹੀ ਹੈ। ਫਿਰ ਸੀ ਕੇ, ਜਿਵੇਂ ਡੱਕ ਹੋ ਗਿਆ। ਡੱਕ ਕੀ ਹੁੰਦਾ? ਇੱਕ ਤਰ੍ਹਾਂ ਦਾ ਪੰਛੀ ਹੁੰਦਾ ਹੈ ਤਾਂ ਇੱਥੇ ਵੀ ਕੱਕੇ ਦੀ ਆਵਾਜ਼ ਆ ਰਹੀ ਹੈ। ਫਰੋਕ, ਇੱਕ ਤਰ੍ਹਾਂ ਦਾ ਪਹਿਰਾਵਾ, ਸੀ ਕੇ ਇਕੱਠਾ ਲਿਖਿਆ ਹੈ, ਕੱਕੇ ਦੀ ਆਵਾਜ਼ ਆ ਰਹੀ ਹੈ। ਕਰੈਕ, ਤਰੇੜ ਆ ਜਾਣੀ ਕਿਸੇ ਚੀਜ਼ ਵਿੱਚ, ਕੋਈ ਚੀਜ਼ ਟੁੱਟ ਜਾਣੀ, ਉਸ ਨੂੰ ਆਪਾਂ ਕਰੈਕ ਕਹਿ ਦਿੰਦੇ ਹਾਂ। ਸੀ ਕੇ ਇਕੱਠਾ ਲਿਖਿਆ ਹੈ ਤਾਂ ਕੱਕੇ ਦੀ ਆਵਾਜ਼ ਆ ਰਹੀ ਹੈ। ਸੀ ਓ ਜਦੋਂ ਇਕੱਠਾ ਲਿਖਿਆ ਹੋਵੇ ਉਦੋਂ ਵੀ ਕੀ ਹੁੰਦਾ ਹੈ? ਆਪਾਂ ਕੱਕੇ ਦੀ ਆਵਾਜ਼ ਕੱਢਣੀ ਹੁੰਦੀ ਹੈ। ਜਿਵੇਂ ਕੌਕ, ਕੌਕ ਦਾ ਮਤਲਬ ਕੀ ਹੁੰਦਾ ਹੈ? ਮੁਰਗਾ ਹੁੰਦਾ ਹੈ। ਹੁਣ ਇਸ ਦਾ ਮੈਂ ਉਦਾਹਰਨ ਤੁਹਾਨੂੰ ਕਿਉਂ ਦੇ ਰਿਹਾ? ਕਿਉਂਕਿ ਇਹ ਬੜਾ ਵਧੀਆ ਉਦਾਹਰਨ ਹੈ ਇਹ ਸਮਝਣ ਲਈ ਕਿ ਤੁਸੀਂ ਕੱਕੇ ਦੀ ਜਗ੍ਹਾ ਸੱਸਾ ਬੋਲੋਗੇ ਤਾਂ ਕੀ ਹੋਊਗਾ। ਹੁਣ ਜੇ ਆਪਾਂ ਕੌਕ ਨੂੰ ਸੌਕ ਬੋਲ ਦਾਂਗੇ, ਸੌਕ ਦਾ ਮਤਲਬ ਕੀ ਹੁੰਦਾ? ਜੁਰਾਬ ਹੁੰਦਾ, ਤਾਂ ਪੂਰਾ ਮੀਨਿੰਗ ਹੀ ਚੇਂਜ ਹੋ ਜਾਊਗਾ। ਤਾਂ ਇਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਕਿੰਨਾ ਜ਼ਰੂਰੀ ਹੈ ਜੋ ਵੀ ਤੁਸੀਂ ਬੋਲਣਾ ਹੈ ਉਹ ਸਹੀ ਢੰਗ ਨਾਲ ਬੋਲਣਾ, ਨਹੀਂ ਤਾਂ ਪੂਰਾ ਮੀਨਿੰਗ ਚੇਂਜ ਹੋ ਜਾਊਗਾ। ਫਿਰ ਕੰਪਨੀ, ਕੰਪਨੀ ਦਾ ਮਤਲਬ ਤੁਹਾਨੂੰ ਪਤਾ ਹੈ। ਅਕਾਊਂਟੈਂਟ, ਅਕਾਊਂਟੈਂਟ ਕੌਣ ਹੁੰਦਾ ਹੈ? ਜੋ ਹਿਸਾਬ ਕਿਤਾਬ ਰੱਖਦਾ ਹੈ ਬੰਦਾ, ਉਸ ਨੂੰ ਆਪਾਂ ਅਕਾਊਂਟੈਂਟ ਕਹਿ ਦਿੰਦੇ ਹਾਂ। ਫਿਰ ਸੀ ਆਰ, ਸੀ ਆਰ ਜਦੋਂ ਇਕੱਠਾ ਲਿਖਿਆ ਗਿਆ ਹੋਵੇ ਉਦੋਂ ਵੀ ਕੀ ਹੁੰਦਾ ਹੈ? ਤੁਸੀਂ ਕੱਕੇ ਦੀ ਆਵਾਜ਼ ਕੱਢਣੀ ਹੁੰਦੀ ਹੈ। ਜਿਵੇਂ ਕ੍ਰਾਸ, ਸੀ ਆਰ ਇਕੱਠਾ ਲਿਖਿਆ ਗਿਆ ਹੈ ਤਾਂ ਕੱਕੇ ਦੀ ਆਵਾਜ਼ ਆ ਰਹੀ ਹੈ। ਏਕੜ,
ਏਕੜ ਕੀ ਹੁੰਦਾ ਹੈ? ਕਿੱਲੇ। ਜਿਵੇਂ ਜ਼ਮੀਨ ਦੇ ਜਿਹੜੇ ਕਿੱਲੇ ਹੁੰਦੇ ਆ, 1 ਕਿੱਲੇ ਨੂੰ ਆਪਾਂ 1 ਏਕੜ ਕਹਿ ਦਿੰਦੇ ਆ। ਤਾਂ ਇੱਥੇ ਵੀ ਕੱਕੇ ਦੀ ਆਵਾਜ਼ ਆ ਰਹੀ ਹੈ। ਕਰੇਜ਼। ਕਰੇਜ਼ ਕੀ ਹੁੰਦਾ? ਪਾਗਲਪਨ। ਕਈ ਵਾਰੀ ਆਪਾਂ ਕਹਿੰਦੇ ਨਾ ਇਸ ਚੀਜ਼ ਦਾ ਬੜਾ ਕਰੇਜ਼ ਹੈ, ਅੱਜ ਕੱਲ੍ਹ ਇਹ ਚੀਜ਼ ਬੜੀ ਵਿਕ ਰਹੀ ਹੈ, ਤਾਂ ਪਾਗਲਪਨ, ਉਸਨੂੰ ਆਪਾਂ ਕਰੇਜ਼ ਕਹਿ ਦਿੰਦੇ ਹਾਂ। CR ਇਕੱਠਾ ਲਿਖਿਆ ਹੈ ਤਾਂ ਕੱਕੇ ਦੀ ਆਵਾਜ਼ ਆ ਰਹੀ ਹੈ। ਫਿਰ CA ਜਦੋਂ ਇਕੱਠਾ ਲਿਖਿਆ ਹੋਵੇਗਾ ਉਦੋਂ ਵੀ ਕੱਕੇ ਦੀ ਆਵਾਜ਼ ਆਉਂਦੀ ਹੈ। ਜਿਵੇਂ ਕੈਟ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, CA ਇਕੱਠਾ ਲਿਖਿਆ ਹੈ ਤਾਂ ਕੱਕੇ ਦੀ ਆਵਾਜ਼ ਆਵੇਗੀ। ਅਕੈਡਮੀ ਕੀ ਹੁੰਦਾ ਹੈ? ਜਿੱਥੇ ਕੋਈ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਸਨੂੰ ਆਪਾਂ ਅਕੈਡਮੀ ਕਹਿ ਦਿੰਦੇ ਹਾਂ। ਤਾਂ ਉਹਦਾ ਵੀ ਇੱਥੇ ਕੀ ਹੋ ਰਿਹਾ ਹੈ ਕਿ ਕੱਕੇ ਦੀ ਆਵਾਜ਼ ਆ ਰਹੀ ਹੈ। ਕਿਉਂ? ਕਿਉਂਕਿ C ਦੇ ਨਾਲ A ਵਰਤਿਆ ਗਿਆ ਹੈ, ਅਕੈਡਮੀ। ਫਿਰ ਕੇਅਰ ਹੁੰਦਾ ਖਿਆਲ ਰੱਖਣਾ। CA ਇਕੱਠਾ ਲਿਖਿਆ ਗਿਆ ਹੈ ਤਾਂ ਕੱਕੇ ਦੀ ਆਵਾਜ਼ ਆ ਰਹੀ ਹੈ। ਫਿਰ CL, ਜਦੋਂ CL ਇਕੱਠਾ ਲਿਖਿਆ ਗਿਆ ਹੋਵੇ ਉਦੋਂ ਵੀ ਕੱਕੇ ਦੀ ਆਵਾਜ਼ ਆਉਂਦੀ ਹੈ। ਜਿਵੇਂ ਕਲੈਪ ਕੀ ਹੁੰਦਾ? ਤਾੜੀ ਮਾਰਨਾ। CL ਇਕੱਠਾ ਲਿਖਿਆ ਗਿਆ ਹੈ ਤਾਂ ਕੱਕੇ ਦੀ ਆਵਾਜ਼ ਆ ਰਹੀ ਹੈ। ਕਲੌਕ ਕੀ ਹੁੰਦਾ? ਘੜੀ ਨੂੰ ਆਪਾਂ ਕਲੌਕ ਕਹਿ ਦਿੰਦੇ ਹਾਂ। ਉੱਥੇ ਵੀ CL ਇਕੱਠਾ ਵਰਤਿਆ ਗਿਆ ਹੈ ਤਾਂ ਕੱਕੇ ਦੀ ਆਵਾਜ਼ ਆ ਰਹੀ ਹੈ। ਕਲਿੱਪ ਕੀ ਹੁੰਦਾ? ਜੋ ਕੁੜੀਆਂ ਵਾਲਾਂ 'ਚ ਪਾਉਂਦੀਆਂ ਹਨ, ਤਾਂ ਉੱਥੇ ਵੀ ਕੀ ਹੁੰਦਾ ਹੈ? ਕੱਕੇ ਦੀ ਆਵਾਜ਼ ਆ ਰਹੀ ਹੈ। CL ਕਿਉਂਕਿ ਇਕੱਠਾ ਲਿਖਿਆ ਗਿਆ ਹੈ। ਕਈ ਵਾਰੀ ਕੀ ਹੁੰਦਾ ਹੈ ਕਿ C 2 ਵਾਰੀ ਇਕੱਠਾ ਲਿਖਿਆ ਹੁੰਦਾ ਹੈ, C ਤੋਂ ਬਾਅਦ C ਆ ਜਾਂਦਾ, ਉਦੋਂ ਆਪਾਂ ਕੀ ਕਰਾਂਗੇ? ਕਿਹੜੀ ਆਵਾਜ਼ ਕੱਢਾਂਗੇ? ਜਦੋਂ C+C ਇਕੱਠਾ ਲਿਖਿਆ ਹੋਵੇ, 2 ਸੀਆਂ ਇਕੱਠੀਆਂ ਲਿਖੀਆਂ ਹੋਣ ਤਾਂ ਆਪਾਂ ਕੱਕੇ ਦੀ ਆਵਾਜ਼ ਕੱਢਾਂਗੇ। ਜਿਵੇਂ ਐਕਸੈਪਟ, 2 ਸੀਆਂ ਇਕੱਠੀਆਂ ਲਿਖੀਆਂ ਗਈਆਂ ਨਾ, ਪਹਿਲੀ C ਦੀ ਆਪਾਂ ਆਵਾਜ਼ ਕਿਹੜੀ ਕੱਢੀ? ਕੱਕੇ ਦੀ ਆਵਾਜ਼ ਕੱਢੀ, ਤੇ ਦੂਸਰੀ C ਦੀ ਆਪਾਂ ਆਵਾਜ਼ ਕਿਹੜੀ ਕੱਢੀ? ਸੱਸੇ ਦੀ ਆਵਾਜ਼ ਕੱਢੀ, ਅਕਸੈਪਟ। ਪਹਿਲਾਂ ਆਪਾਂ ਕੱਕੇ ਦੀ ਆਵਾਜ਼ ਕੱਢੀ, ਫਿਰ ਸੱਸੇ ਦੀ ਆਵਾਜ਼ ਕੱਢੀ। ਅਜਿਹਾ ਕਿਉਂ? ਕਿਉਂਕਿ ਜਿਹੜੀ ਪਹਿਲੀ C ਹੈ ਉਸ ਤੋਂ ਬਾਅਦ C ਆ ਰਹੀ ਹੈ ਤਾਂ ਆਪਾਂ ਕੱਕੇ ਦੀ ਆਵਾਜ਼ ਕੱਢ ਰਹੇ ਹਾਂ, ਪਰ ਦੂਸਰੀ C ਤੋਂ ਬਾਅਦ E ਆ ਰਹੀ ਹੈ ਤਾਂ ਆਪਾਂ ਸੱਸੇ ਦੀ ਆਵਾਜ਼ ਕੱਢ ਰਹੇ ਹਾਂ। ਉਸ ਤੋਂ ਬਾਅਦ ਅਕੰਪਨੀ ਮਤਲਬ ਕਿਸੇ ਨਾਲ ਸਾਥ ਦੇਣਾ, ਕਿਸੇ ਦਾ ਸਾਥ ਦੇਣਾ। ਕੋਈ ਤੁਰ ਰਿਹਾ ਤਾਂ ਉਹਦੇ ਨਾਲ ਤੁਸੀਂ ਤੁਰਨ ਲੱਗ ਜਾਣਾ, ਜਾਂ ਕੋਈ ਵੀ ਕੰਮ ਵਿੱਚ ਕਿਸੇ ਦਾ ਸਾਥ ਦੇਣਾ, ਉਸਨੂੰ ਆਪਾਂ ਅਕੰਪਨੀ ਕਹਿ ਦਿੰਦੇ ਹਾਂ। ਹੁਣ ਇੱਥੇ ਕਿਵੇਂ ਆਵਾਜ਼ ਆ ਰਹੀ ਹੈ? ਕੰਪਨੀ। ਦੋਵੇਂ ਸੀਆਂ ਦੀਆਂ ਆਵਾਜ਼ਾਂ ਕੱਕੇ ਦੀ ਆਵਾਜ਼ ਆ ਰਹੀ ਹੈ। ਪਹਿਲੀ C ਦੀ ਆਵਾਜ਼ ਕੱਕੇ ਦੀ ਕਿਉਂ ਆ ਰਹੀ ਹੈ? ਕਿਉਂਕਿ ਪਹਿਲੀ C ਤੋਂ ਬਾਅਦ C ਹੈ, C ਤੋਂ ਬਾਅਦ C ਹੋਵੇ ਆਪਾਂ ਕੱਕੇ ਦੀ ਆਵਾਜ਼ ਕੱਢਦੇ ਹਾਂ। ਤੇ ਦੂਸਰੀ C ਦੀ ਆਵਾਜ਼ ਵੀ ਕੱਕੇ ਦੀ ਆਵਾਜ਼ ਆ ਰਹੀ ਹੈ ਕਿਉਂਕਿ ਦੂਸਰੀ C ਤੋਂ ਬਾਅਦ ਕੀ ਹੈ? O ਹੈ। ਤੇ ਜਦੋਂ C ਤੋਂ ਬਾਅਦ O ਹੋਵੇ ਉਦੋਂ ਵੀ ਆਪਾਂ ਕੀ ਕਰਦੇ ਹਾਂ? ਕੱਕੇ ਦੀ ਆਵਾਜ਼ ਕੱਢਦੇ ਹਾਂ। ਫਿਰ ਅਕਲੇਮ ਕੀ ਹੁੰਦਾ? ਸੌਟ ਆਫ ਪ੍ਰਸਿੱਧੀ ਪਾ ਲੈਣਾ, ਬਈ ਮਸ਼ਹੂਰ ਹੋ ਜਾਣਾ, ਬਈ ਇਹ ਬੰਦੇ ਨੇ ਬਹੁਤ ਅਕਲੇਮ ਕਮਾਇਆ ਹੈ, ਬਹੁਤ ਪ੍ਰਸਿੱਧੀ ਕਮਾਈ ਹੈ, ਮਸ਼ਹੂਰੀ ਕਮਾਈ ਹੈ। ਅਕਲੇਮ ਵਿੱਚ ਵੀ ਕੀ ਹੋ ਰਿਹਾ ਹੈ? ਪਹਿਲੀ C ਦੀ ਆਵਾਜ਼ ਕੱਕੇ ਦੀ ਆਵਾਜ਼ ਆ ਰਹੀ ਹੈ ਤੇ ਦੂਸਰੀ C ਦੀ ਆਵਾਜ਼ ਵੀ ਕੱਕੇ ਦੀ ਆਵਾਜ਼ ਆ ਰਹੀ ਹੈ। ਪਹਿਲੀ C ਦੀ ਆਵਾਜ਼ ਕੱਕੇ ਦੀ ਕਾਹਤੋਂ? ਕਿਉਂਕਿ C ਤੋਂ ਬਾਅਦ C ਹੈ, ਤੇ ਦੂਸਰੀ C ਦੀ ਆਵਾਜ਼ ਕੱਕੇ ਦੀ ਕਾਹਤੋਂ? ਕਿਉਂਕਿ C ਦੇ ਬਾਅਦ L ਹੈ, UK ਔਰਲ। ਤਾਂ ਉੱਥੋਂ ਤੁਸੀਂ ਇਹ ਯਾਦ ਰੱਖ ਸਕਦੇ ਹੋ। ਅਕਲੇਮ ਆਪਾਂ ਇਹ ਬੋਲਾਂਗੇ। ਹੁਣ ਕਈ ਵਾਰੀ ਕੀ ਹੁੰਦਾ ਹੈ ਕਿ C+H ਇਕੱਠੇ ਲਿਖੇ ਹੁੰਦੇ ਆ। ਜਦੋਂ CH ਇਕੱਠਾ ਲਿਖਿਆ ਹੋਵੇ ਉਦੋਂ 3 ਤਰ੍ਹਾਂ ਦੀਆਂ ਆਵਾਜ਼ਾਂ ਆ ਸਕਦੀਆਂ ਹਨ। ਕੱਕੇ ਦੀ ਆਵਾਜ਼ ਵੀ ਆ ਸਕਦੀ ਹੈ, ਚੱਚੇ ਦੀ ਆਵਾਜ਼ ਵੀ ਆ ਸਕਦੀ ਹੈ, ਛੱਛੇ ਦੀ ਆਵਾਜ਼ ਵੀ ਆ ਸਕਦੀ ਹੈ। ਅਜਿਹਾ ਕਿਉਂ ਹੁੰਦਾ ਮੈਂ ਤੁਹਾਨੂੰ ਉਹ ਵੀ ਦੱਸੂਗਾ, ਪਰ ਪਹਿਲਾਂ ਆਪਾਂ ਇਹਨਾਂ ਦੇ ਉਦਾਹਰਨ ਦੇਖ ਲੈਂਦੇ ਹਾਂ। CH ਤੋਂ ਕੱਕੇ ਦੀ ਆਵਾਜ਼ ਕਦੋਂ ਆਉਂਦੀ ਹੈ? ਜਿਵੇਂ ਕੇਓਸ ਕੀ ਹੁੰਦਾ? ਉਥਲ ਪੁਥਲ ਮਚ ਜਾਣੀ। ਫਿਰ ਕੈਮਿਸਟ ਕੀ ਹੁੰਦਾ? ਜਿਹੜਾ ਦਵਾਈਆਂ ਨੂੰ ਵੇਚਦਾ ਹੈ। ਫਿਰ ਕਮੇਲੀਅਨ ਕੀ ਹੁੰਦਾ ਹੈ? ਗਿਰਗਿਟ ਨੂੰ ਆਪਾਂ ਕਮੇਲੀਅਨ ਕਹਿ ਦਿੰਦੇ ਹਾਂ, ਜਿਹੜਾ ਆਪਣੀ ਸਰਾਊਂਡਿੰਗਸ ਦੇ ਹਿਸਾਬ ਨਾਲ ਆਪਣਾ ਰੰਗ ਬਦਲ ਲੈਂਦਾ ਹੈ। ਇਹ ਸਾਰਿਆਂ ਵਿੱਚ ਕੀ ਹੈ? CH ਤੋਂ ਕੱਕੇ ਦੀ ਆਵਾਜ਼ ਆ ਰਹੀ ਹੈ। ਹੁਣ ਆਪਾਂ ਚੱਚੇ ਦੀ ਆਵਾਜ਼ ਦੀ ਗੱਲ ਕਰਦੇ ਹਾਂ। CH ਤੋਂ ਚੱਚੇ ਦੀ ਆਵਾਜ਼ ਕਦੋਂ ਆਉਂਦੀ ਹੈ? ਜਿਵੇਂ ਚੇਅਰ ਵਿੱਚ ਕੀ ਹੋ ਰਿਹਾ ਹੈ? ਚੱਚੇ ਦੀ ਆਵਾਜ਼ ਆ ਰਹੀ ਹੈ। ਚੇਅਰ ਦਾ ਮਤਲਬ ਕੀ ਹੁੰਦਾ ਹੈ? ਕੁਰਸੀ ਹੁੰਦੀ ਹੈ। ਉਸ ਤੋਂ ਬਾਅਦ ਚਰਚ ਕੀ ਹੁੰਦਾ ਹੈ? ਜਿੱਥੇ ਕ੍ਰਿਸਚਨ ਜਿਹੜੇ ਲੋਕ ਹੁੰਦੇ ਆ ਜਾ ਕੇ ਪ੍ਰੇ ਕਰਦੇ ਆ, ਉਹਨਾਂ ਦੀ ਧਾਰਮਿਕ ਸਥਾਨ ਨੂੰ ਆਪਾਂ ਚਰਚ ਕਹਿ ਦਿੰਦੇ ਹਾਂ। ਫਿਰ ਚਾਈਲਡ ਕੀ ਹੁੰਦਾ ਹੈ? ਬੱਚਾ ਹੁੰਦਾ ਹੈ। ਤਿੰਨਾਂ ਵਿੱਚ ਕੀ ਹੋ ਰਿਹਾ ਹੈ? ਚੱਚੇ ਦੀ ਆਵਾਜ਼ ਆ ਰਹੀ ਹੈ CH ਤੋਂ। ਫਿਰ ਆਪਾਂ ਛੱਛੇ ਦੀ ਆਵਾਜ਼ ਦੀ ਗੱਲ ਕਰਦੇ ਹਾਂ। ਜਿਵੇਂ ਸ਼ੈਂਪੇਨ ਹੋ ਗਿਆ। ਸ਼ੈਂਪੇਨ ਕੀ ਹੁੰਦਾ ਹੈ? ਇੱਕ ਤਰ੍ਹਾਂ ਦੀ ਸ਼ਰਾਬ ਹੁੰਦੀ ਹੈ ਜਿਹੜੀ ਖਾਸ ਕਰਕੇ ਖੁਸ਼ੀ ਦੇ ਮੌਕਿਆਂ ਉੱਤੇ ਪੀ ਜਾਂਦੀ ਹੈ, ਉਸਨੂੰ ਆਪਾਂ ਸ਼ੈਂਪੇਨ ਕਹਿ ਦਿੰਦੇ ਹਾਂ। ਸ਼ੈਫ ਹੋ ਗਿਆ। ਸ਼ੈਫ ਜਿਹੜਾ ਹੋਟਲਾਂ ਵਿੱਚ, ਰੈਸਟੋਰੈਂਟਸ ਵਿੱਚ ਖਾਣਾ ਬਣਾਉਂਦਾ ਹੈ, ਉਸਨੂੰ ਆਪਾਂ ਸ਼ੈਫ ਕਹਿੰਦੇ ਹਾਂ। ਹੁਣ ਇੱਥੇ ਕੀ ਹੋ ਰਿਹਾ ਕਿ CH ਤੋਂ ਕੱਕੇ ਦੀ ਆਵਾਜ਼ ਵੀ ਆ ਰਹੀ ਹੈ, ਚੱਚੇ ਦੀ ਆਵਾਜ਼ ਵੀ ਆ ਰਹੀ ਹੈ, ਛੱਛੇ ਦੀ ਆਵਾਜ਼ ਵੀ ਆ ਰਹੀ ਹੈ।
ਤੁਹਾਨੂੰ ਕਿਵੇਂ ਪਤਾ ਲੱਗੂਗਾ ਕੱਕਾ ਬੋਲਣਾ, ਚੱਚਾ ਬੋਲਣਾ ਜਾਂ ਛੱਛਾ ਬੋਲਣਾ ਹੈ? ਵੈਸੇ ਇਸ ਨੂੰ ਯਾਦ ਰੱਖਣ ਦਾ ਕੋਈ ਖਾਸ ਤਰੀਕਾ ਹੈ ਨਹੀਂਗਾ। ਇਹ ਤੁਹਾਨੂੰ ਚੀਜ਼ਾਂ ਸਾਰੀਆਂ ਯਾਦ ਹੀ ਰੱਖਣੀਆਂ ਪੈਣੀਆਂ ਨੇ। ਜਿਵੇਂ ਜਿਵੇਂ ਤੁਸੀਂ ਨਵੇਂ ਸ਼ਬਦ ਸਿੱਖੋਗੇ ਉਵੇਂ ਤੁਹਾਨੂੰ ਪਤਾ ਲੱਗ ਜੂਗਾ CH ਨੂੰ ਕੱਕਾ ਬੋਲਣਾ, ਚੱਚਾ ਬੋਲਣਾ ਜਾਂ ਛੱਛਾ ਬੋਲਣਾ ਹੈ। ਪਰ ਇਹਦੇ ਪਿੱਛੇ ਕੀ ਕਾਰਨ ਹੈ ਕਿ ਡਿਫਰੈਂਟ ਆਵਾਜ਼ਾਂ ਆਉਂਦੀਆਂ, ਉਹ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਤੇ ਮੈਂ ਤੁਹਾਡੇ ਨਾਲ ਵੀ ਸਾਂਝਾ ਕਰ ਦੇਣਾ ਜੋ ਮੈਨੂੰ ਮਿਲਿਆ। ਹੁਣ ਜਿਹੜੀ ਇੰਗਲਿਸ਼ ਲੈਂਗੁਏਜ ਹੈ, ਇਹਦੇ ਵਿੱਚ ਕਾਫੀ ਅਜਿਹੇ ਸ਼ਬਦ ਨੇ ਜੋ ਵੱਖ-ਵੱਖ ਭਾਸ਼ਾਵਾਂ ਤੋਂ ਲਏ ਗਏ ਨੇ। ਜਿਹੜੇ ਤਾਂ ਸ਼ਬਦ ਗ੍ਰੀਕ ਜਾਂ ਲੈਟਿਨ ਭਾਸ਼ਾ ਤੋਂ ਲਏ ਗਏ ਨੇ, ਉਹਨਾਂ ਦਾ ਕੀ ਹੈ ਕਿ ਉਹ ਸ਼ਬਦਾਂ ਵਿੱਚ ਜਦੋਂ CH ਵਰਤਿਆ ਜਾਂਦਾ ਹੈ ਤਾਂ ਕੱਕੇ ਦੀ ਆਵਾਜ਼ ਆਉਂਦੀ ਹੈ। ਜਿਹੜੇ ਸ਼ਬਦ ਬ੍ਰਿਟਿਸ਼ ਇੰਗਲਿਸ਼ ਤੋਂ, ਮਤਲਬ ਜੋ ਪੁਰਾਣੀ ਇੰਗਲਿਸ਼, ਓਲਡ ਇੰਗਲਿਸ਼ ਵੀ ਆਪਾਂ ਕਹਿ ਦਿੰਦੇ ਹਾਂ, ਜਿਹੜੇ ਅੰਗਰੇਜ਼ੀ ਤੋਂ ਹੀ ਅੱਗੇ ਬਣੇ ਨੇ, ਉਹਨਾਂ ਦੀ ਆਵਾਜ਼ ਚੱਚੇ ਦੀ ਆਵਾਜ਼ ਆਉਂਦੀ ਹੈ। ਤੇ ਜਿਹੜੇ ਸ਼ਬਦ ਫ੍ਰੈਂਚ ਲੈਂਗੁਏਜ ਤੋਂ ਲਏ ਗਏ ਨੇ, ਉਹਨਾਂ ਦੀ ਆਵਾਜ਼ ਛੱਛੇ ਦੀ ਆਵਾਜ਼ ਆਉਂਦੀ ਹੈ। ਸੋ ਇਹ ਇੱਕ ਕਾਰਨ ਹੈ ਕਿ ਕਿਉਂ ਵੱਖ-ਵੱਖ ਆਵਾਜ਼ਾਂ ਆਉਂਦੀਆਂ ਹਨ। ਹੁਣ ਮੈਂ ਤੁਹਾਨੂੰ ਇਹ ਸਾਰੇ ਰੂਲਸ ਨੂੰ ਯਾਦ ਰੱਖਣ ਦਾ ਤਰੀਕਾ ਦੱਸਦਾ। ਮੰਨ ਕੇ ਚੱਲੋ ਤੁਹਾਡਾ ਕੋਈ ਦੋਸਤ ਹੈ, ਬੜਾ ਨਿਹਾਇਤੀ ਅਮੀਰ ਬੰਦਾ ਹੈ ਤੇ ਉਸਨੂੰ ਕੋਈ ਮੂੰਹ ਦੀ ਦਿੱਕਤ ਹੋ ਜਾਂਦੀ ਹੈ। ਮੂੰਹ ਦੀ ਦਿੱਕਤ ਨੂੰ ਆਪਾਂ ਔਰਲ ਪ੍ਰੋਬਲਮ ਕਹਿ ਦਿੰਦੇ ਹਾਂ। ਔਰਲ ਮਤਲਬ ਮੂੰਹ ਨਾਲ ਸੰਬੰਧਿਤ ਤੇ ਦਿੱਕਤ ਮਤਲਬ ਪ੍ਰੋਬਲਮ। ਜੇ ਉਸਨੂੰ ਕੋਈ ਔਰਲ ਪ੍ਰੋਬਲਮ ਹੋ ਜਾਂਦੀ ਹੈ ਤੇ ਉਹ ਨਿਹਾਇਤੀ ਅਮੀਰ ਬੰਦਾ ਹੈ, ਤਾਂ ਫਿਰ ਉਹ ਕੀ ਕਹਿੰਦਾ ਕਿ ਮੈਂ ਨਾ ਆਪਦਾ ਇਲਾਜ ਇੰਡੀਆ 'ਚ ਨਹੀਂ ਕਰਾਉਣਾ, ਮੈਂ ਆਪਦਾ ਇਲਾਜ UK ਜਾ ਕੇ ਕਰਾਊਂਗਾ। UK ਨੂੰ ਆਪਾਂ ਆਮ ਤੌਰ ਉੱਤੇ ਇੰਗਲੈਂਡ ਵੀ ਕਹਿ ਦਿੰਦੇ ਹਾਂ, ਪਰ UK ਸਿਰਫ ਇੰਗਲੈਂਡ ਨਹੀਂ ਹੁੰਦਾ। 4 ਡਿਫਰੈਂਟ ਕੰਟਰੀਜ਼ ਨੇ ਜਿਨ੍ਹਾਂ ਦੇ ਹਿੱਸਿਆਂ ਨੂੰ ਮਿਲਾ ਕੇ UK ਬਣਦਾ ਹੈ, ਪਰ ਉਸ ਬਾਰੇ ਆਪਾਂ ਫੇਰ ਕਦੇ ਗੱਲ ਕਰਾਂਗੇ। ਹੁਣ ਉਸਨੂੰ ਮੂੰਹ ਦੀ ਪ੍ਰੋਬਲਮ ਹੋ ਗਈ ਤਾਂ ਤੁਸੀਂ ਕੀ ਕਿਹਾ, ਯਾਰ ਮੈਂ ਤੇਰੇ ਤੋਂ ਬੜੀ ਜਲਨ ਮਹਿਸੂਸ ਕਰਦਾ, ਮੈਂ ਤੇਰੇ ਤੋਂ ਬੜੀ ਈਰਖਾ ਮਹਿਸੂਸ ਕਰਦਾ ਕਿ ਤੂੰ ਆਪਦਾ ਇਲਾਜ UK ਜਾ ਕੇ ਕਰਾ ਰਿਹਾ ਹੈ। ਤਾਂ ਤੁਸੀਂ ਉਹਨੂੰ ਕੀ ਕਹੋਗੇ, INVU। ਜਿਵੇਂ ਆਪਾਂ ਆਈ ਲਵ ਯੂ ਕਹਿੰਦੇ ਹਾਂ, ਉਵੇਂ ਆਪਾਂ INVU ਕਹਾਂਗੇ। ਮਤਲਬ ਮੈਂ ਤੇਰੇ ਤੋਂ ਈਰਖਾ ਮਹਿਸੂਸ ਕਰਦਾ ਕਿ ਤੂੰ UK ਜਾ ਕੇ ਆਪਣਾ ਔਰਲ ਚੈੱਕਅਪ ਕਰਾ ਰਿਹਾ ਹੈ। ਹੁਣ ਜਿਹੜੇ ਪਹਿਲੇ 3 ਅੱਖਰ ਨੇ INVU ਦੇ, IEY, ਇਹ 3 ਜਦੋਂ C ਤੋਂ ਬਾਅਦ ਲਿਖੇ ਹੋਣ ਤਾਂ ਆਪਾਂ ਕਿਹੜੀ ਆਵਾਜ਼ ਕੱਢਦੇ ਹਾਂ, ਸੱਸੇ ਦੀ ਆਵਾਜ਼ ਕੱਢਦੇ ਹਾਂ। UK ਔਰਲ ਦੇ ਸਾਰੇ ਅੱਖਰਾਂ ਤੋਂ ਆਪਾਂ ਕਿਹੜੀ ਆਵਾਜ਼ ਕੱਢਦੇ ਹਾਂ, ਕੱਕੇ ਦੀ ਆਵਾਜ਼ ਕੱਢਦੇ ਹਾਂ। ਮਤਲਬ C ਤੋਂ ਬਾਅਦ ਜੇ UKORAL ਇਹਨਾਂ 6 ਵਿੱਚੋਂ ਕੋਈ ਵੀ ਇੱਕ ਅੱਖਰ ਲਿਖਿਆ ਗਿਆ ਹੋਵੇ ਤਾਂ ਆਪਾਂ ਕੱਕੇ ਦੀ ਆਵਾਜ਼ ਕੱਢਦੇ ਹਾਂ। ਤੇ CH ਜਦੋਂ ਇਕੱਠਾ ਲਿਖਿਆ ਗਿਆ ਹੋਵੇ, ਆਪਾਂ ਕੱਕਾ, ਚੱਚਾ ਜਾਂ ਛੱਛਾ, ਇਹਨਾਂ 3 ਵਿੱਚੋਂ ਕੋਈ ਵੀ ਇੱਕ ਆਵਾਜ਼ ਕੱਢ ਸਕਦੇ ਹਾਂ। ਸੋ ਇਹ ਸਾਰੇ ਰੂਲਸ ਸੀਗੇ ਜਿਹੜੇ ਮੈਂ ਤੁਹਾਨੂੰ ਦੱਸੇ ਸੀਗੇ। ਸੋ ਇਹ ਬੜਾ ਸੌਖਾ ਜਿਹਾ ਤਰੀਕਾ ਹੈ ਇਹ ਸਾਰੇ ਰੂਲਸ ਨੂੰ ਯਾਦ ਰੱਖਣ ਦਾ। INVU, ਤੂੰ UK ਜਾ ਕੇ ਆਪਣਾ ਔਰਲ ਚੈੱਕਅਪ ਕਰਾ ਰਿਹਾ ਹੈ। ਸੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ। ਦੇਖਣ ਲਈ ਧੰਨਵਾਦ।